ਅੱਜ ਜਿਸ ਨੂੰ ਅਸੀਂ ਬੋਲੀ ਕਹਿੰਦੇ ਹਾਂ, ਸਾਡੇ ਕਲਚਰ ਦਾ ਪਾਰਟ ਕਹਿੰਦੇ ਹਾਂ, ਉਸ ਨੂੰ ਲੈ ਕੇ ਵਿਵਾਦ ਹੋ ਗਿਆ। ਬੜੀ ਹੈਰਾਨਗੀ ਵਾਲੀ ਗੱਲ ਹੈ। ਮੰਦਭਾਗੀ ਘਟਨਾ ਹੈ। ਇਸ ਮਸਲੇ ਤੇ ਵਿਵਾਦ ਨਹੀਂ ਸੀ ਹੋਣਾ ਚਾਹੀਦਾ ਜੀ। ਜਦੋਂ ਸਾਡੇ ਸਮਾਜ ਦੇ ਵਿੱਚ ਫਿਲਮ ਆਉਂਦੀ ਹੈ ਬਾਹੂਬਲੀ, ਉਹਦੇ ਵਿੱਚ ਕਿੰਨੇ ਬੰਦਿਆਂ ਦੇ ਗਾਟੇ ਲਾਹ ਤੇ ਕਿੰਨੇ ਬੰਦੇ ਮਾਰਤੇ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਜੀ। ਅਸੀਂ ਉਹਨੂੰ ਰੱਜ ਕੇ ਪ੍ਰਮੋਟ ਕੀਤਾ। ਜਿਹੜਾ ਆਹ ਸ਼ਬਦ ਲਿਖਿਆ ਹੈ ਨੀ ਮੈਂ ਸੱਸ ਕੁੱਟਣੀ, ਜੀ। ਇਹ ਮੈਂ ਤਾਂ ਬਚਪਨ ਤੋਂ ਸੁਣਦਾ ਆਇਆ। ਮੈਂ ਜਦੋਂ ਛੋਟਾ ਸੀ, ਮੇਰੀ ਮਾਂ ਜਦੋਂ ਕਿਤੇ ਗਿੱਧੇ ਜਾਂਦੀ ਸੀ, ਕਿਤੇ ਬੋਲੀਆਂ ਪਾਉਂਦੇ ਸੀ, ਕਿਤੇ ਪ੍ਰੋਗਰਾਮ ਤੇ ਜਾਂਦੀ ਸੀ, ਨੀ ਮੈਂ ਸੱਸ ਕੁੱਟਣੇ ਸੰਦੂਖਾਂ ਓਲੇ। ਪਰ ਅੱਜ ਐਸੀ ਕਿਹੜੀ ਗੱਲ ਹੋ ਗਈ ਵੀ ਅਸੀਂ ਇਸ ਲਾਈਨ ਦੀ ਲੜ ਰਹੇ ਹਾਂ? ਜਾਂ ਤਾਂ ਇਹ ਮੰਨੀਏ ਕਿ ਸਾਡੇ ਕੋਲ ਹੋਰ ਪੰਜਾਬ ਦਾ ਕੋਈ ਮੁੱਦਾ ਨਹੀਂ ਹੈ। ਸਾਡੇ ਕੋਲ ਬੇਰੁਜ਼ਗਾਰੀ ਦਾ ਮੁੱਦਾ ਹੈ, ਸਾਡੇ ਬੰਦਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਪੜ੍ਹ ਲਿਖ ਕੇ ਸਾਰੀ ਜਿਹੜੀ ਸਾਡੀ ਕਰੀਮ ਬਾਹਰਲੇ ਮੁਲਕਾਂ ਨੂੰ ਜਾ ਰਹੀ ਹੈ। ਸਾਡੇ ਕੋਲ ਵੱਡੇ ਮੁੱਦੇ ਨੇ, ਸਾਡੇ ਕੋਲ ਸਿੱਖਿਆ ਦਾ ਮੁੱਦਾ, ਸਿਹਤ ਦਾ ਮੁੱਦਾ ਹੈ। ਇਹ ਸਾਨੂੰ ਇਹ ਮੁੱਦੇ ਉਠਾਉਣੇ ਚਾਹੀਦੇ ਆ। ਸਾਡੇ ਕੋਲ ਸਾਡੀ ਜਿਹੜੀ ਵਿਰਾਸਤ ਹੈ, ਸਾਡਾ ਜਿਹੜਾ ਕਲਚਰ ਹੈ, ਸਾਡੀ ਜਿਹੜੀ ਬੋਲੀ ਹੈ, ਸਾਡਾ ਸੱਭਿਆਚਾਰ ਹੈ, ਉਹਨੂੰ ਸਿਰਫ ਇਸ ਮੌਕੇ 'ਚ ਦੋ ਚੀਜ਼ਾਂ ਕੋਈ ਸਾਂਭ ਰਹੀਆਂ ਨੇ, ਉਹ ਟੈਲੀਵਿਜ਼ਨ ਤੇ ਸਿਨੇਮਾ। ਫਿਲਮ ਖਤਮ ਹੋਣ ਤੋਂ ਬਾਅਦ ਸੱਸਾਂ ਤੇ ਨੂੰਹਾਂ ਆਪਸ ਵਿੱਚ ਜੇ ਜੋਟੀ ਪਾ ਕੇ ਇੱਕ ਦੂਜੇ ਗੱਲ ਲੱਗ ਕੇ ਬਾਹਰ ਨਾ ਨਿਕਲੀਆਂ ਤਾਂ ਸਾਨੂੰ ਤੁਸੀਂ ਫੜ ਲਿਓ ਆ ਕੇ। ਮੈਂ ਤਾਂ ਆ ਗਈ ਵੇ ਮੈਂ ਆ ਗਈ। ਜਿਹੜਾ ਵੀ ਰੁੱਸਦਾ ਉੱਤੇ ਨੂੰ ਚੜ ਜਾਂਦਾ। ਅਸੀਂ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹਾਂ ਕਿ ਕੋਈ ਨਾ ਕੋਈ ਵਿਵਾਦ ਜਿਹੜਾ ਉਹ ਸਾਹਮਣੇ ਆ ਜਾਂਦਾ ਹੈ। ਕੰਟਰੋਵਰਸੀ ਵੀ ਕਹਿੰਦੇ ਆ ਹੁਣ ਪੰਜਾਬੀ ਸਿਨੇਮਾ ਦਾ ਕਿਤੇ ਨਾ ਕਿਤੇ ਹਿੱਸਾ ਬਣਨ ਲੱਗ ਗਿਆ। 29 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਨੀ ਮੈਂ ਸੱਸ ਕੁੱਟਣੀ ਸੰਦੂਖਾਂ ਓਲੇ। ਇਹ ਤੁਸੀਂ ਸਿੱਠਣੀਆਂ ਦੇ ਵਿੱਚ, ਬੋਲੀਆਂ ਦੇ ਵਿੱਚ ਸੁਣਿਆ ਹੋਵੇਗਾ। ਪਰ ਮਲਕੀਤ ਰੋਣੀ ਜੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ। ਅੱਜ ਜਿਸ ਨੂੰ ਅਸੀਂ ਬੋਲੀ ਕਹਿੰਦੇ ਹਾਂ, ਸਾਡੇ ਕਲਚਰ ਦਾ ਪਾਰਟ ਕਹਿੰਦੇ ਹਾਂ, ਉਸ ਨੂੰ ਲੈ ਕੇ ਵਿਵਾਦ ਹੋ ਗਿਆ। ਬੜੀ ਹੈਰਾਨਗੀ ਵਾਲੀ ਗੱਲ ਹੈ। ਸੋ ਕਿਵੇਂ ਲੈਂਦੇ ਹੋ ਇਸ ਨੂੰ? ਦੇਖੋ, ਬਹੁਤ ਮੰਦਭਾਗੀ ਘਟਨਾ ਹੈ। ਇਸ ਮਸਲੇ ਤੇ ਵਿਵਾਦ ਨਹੀਂ ਸੀ ਹੋਣਾ ਚਾਹੀਦਾ। ਜੀ। ਜਦੋਂ ਸਾਡੇ ਸਮਾਜ ਦੇ ਵਿੱਚ ਫਿਲਮ ਆਉਂਦੀ ਹੈ ਬਾਹੂਬਲੀ, ਉਹਦੇ ਵਿੱਚ ਕਿੰਨੇ ਬੰਦਿਆਂ ਦੇ ਗਾਟੇ ਲਾਹ ਤੇ ਕਿੰਨੇ ਬੰਦੇ ਮਾਰਤੇ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ। ਜੀ। ਅਸੀਂ ਉਹਨੂੰ ਰੱਜ ਕੇ ਪ੍ਰਮੋਟ ਕੀਤਾ। ਆਰ ਫਿਲਮ ਆਉਂਦੀ ਹੈ, ਕਿੰਨੇ ਬੰਦੇ ਵੜਤੇ, ਕਿੰਨਾ ਖੂਨ ਖਰਾਬਾ, ਕਿੰਨਾ ਵਾਇਲੈਂਸ, ਕੋਈ ਪ੍ਰੋਬਲਮ ਨਹੀਂ। ਜਿਹੜਾ ਆਹ ਸ਼ਬਦ ਲਿਖਿਆ ਹੈ ਨੀ ਮੈਂ ਸੱਸ ਕੁੱਟਣੀ, ਇਹ ਮੈਂ ਤਾਂ ਬਚਪਨ ਤੋਂ ਸੁਣਦਾ ਆਇਆ। ਮੈਂ ਜਦੋਂ ਛੋਟਾ ਸੀ, ਮੇਰੀ ਮਾਂ ਜਦੋਂ ਕਿਤੇ ਗਿੱਧੇ ਜਾਂਦੀ ਸੀ, ਕਿਤੇ ਬੋਲੀਆਂ ਪਾਉਂਦੇ ਸੀ, ਕਿਤੇ ਪ੍ਰੋਗਰਾਮ ਤੇ ਜਾਂਦੀ ਸੀ, ਨੀ ਮੈਂ ਸੱਸ ਕੁੱਟਣੇ ਸੰਦੂਖਾਂ ਓਲੇ, ਜਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਲਾਈਨਾਂ ਨੇ। ਜੇ ਮੈਂ ਜਾਣਦੀ ਚੱਕੀ ਦਾ ਪੁੜ ਭਾਰੀ ਸੱਸ ਨਾਲ ਕਾਹਤੋਂ ਲੜਦੀ। ਸੋ ਕਿੰਨੀਆਂ ਸਾਰੀਆਂ ਬੋਲੀਆਂ ਹੋਈਆਂ ਨੇ। ਜੱਟੀ 15 ਮੁਰੱਬਿਆਂ ਵਾਲੀ ਭੱਤਾ ਲੈ ਕੇ ਖੇਤ ਨੂੰ ਚੱਲੀ। ਇਹ ਜਿਹੜੀਆਂ ਬੋਲੀਆਂ ਸੀ, ਇਹਨਾਂ ਬੋਲੀਆਂ ਦੀ ਲਾਈਨ ਇੱਕ ਚੱਕ ਕੇ ਲੋਕਾਂ ਨੇ ਬਹੁਤ ਸਾਰੇ ਗੀਤ ਲਿਖੇ, ਜੀ। ਲੋਕਾਂ ਨੇ ਫਿਲਮਾਂ ਬਣਾਈਆਂ, ਲੋਕਾਂ ਨੇ ਬਹੁਤ ਸਾਰੇ ਕੰਮ ਕੀਤੇ। ਪਰ ਅੱਜ ਐਸੀ ਕਿਹੜੀ ਗੱਲ ਹੋ ਗਈ ਵੀ ਅਸੀਂ ਇਸ ਲਾਈਨ ਦੀ ਲੜ ਰਹੇ ਹਾਂ? ਜਾਂ ਤਾਂ ਇਹ ਮੰਨੀਏ ਕਿ ਸਾਡੇ ਕੋਲ ਹੋਰ ਪੰਜਾਬ ਦਾ ਕੋਈ ਮੁੱਦਾ ਨਹੀਂ ਹੈ। ਸਾਡੇ ਕੋਲ ਬੇਰੁਜ਼ਗਾਰੀ ਦਾ ਮੁੱਦਾ ਹੈ, ਸਾਡੇ ਬੰਦਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਪੜ੍ਹ ਲਿਖ ਕੇ ਸਾਰੀ ਜਿਹੜੀ ਸਾਡੀ ਕਰੀਮ ਬਾਹਰਲੇ ਮੁਲਕਾਂ ਨੂੰ ਜਾ ਰਹੀ ਹੈ। ਸਾਡੇ ਕੋਲ ਵੱਡੇ ਮੁੱਦੇ ਨੇ, ਸਾਡੇ ਕੋਲ ਸਿੱਖਿਆ ਦਾ ਮੁੱਦਾ, ਸਿਹਤ ਦਾ ਮੁੱਦਾ ਹੈ। ਇਹ ਸਾਨੂੰ ਇਹ ਮੁੱਦੇ ਉਠਾਉਣੇ ਚਾਹੀਦੇ ਆ। ਜੇ ਸਾਡੇ ਹੱਥਾਂ ਵਿੱਚ ਮੋਬਾਈਲ ਹੈ, ਸੋਸ਼ਲ ਮੀਡੀਆ ਹੈ, ਤਾਂ ਸਾਡੇ ਕੋਲ ਇਹੋ ਜਿਹੇ ਮੁੱਦੇ ਨੇ, ਸਾਨੂੰ ਇਹਨਾਂ ਮੁੱਦਿਆਂ 'ਤੇ ਕੰਮ ਕਰਨਾ ਚਾਹੀਦਾ। ਨਾ ਕਿ ਇਹਨਾਂ ਮੁੱਦਿਆਂ 'ਤੇ ਲੜੀਏ ਕਿ ਫਿਲਮ ਦਾ ਆਹ ਨਾ ਕਿਉਂ ਹੈ। ਇਹ ਤਾਂ ਉਹ ਗੱਲ ਹੋ ਗਈ ਸੀ, ਇੱਕ ਪੁਰਾਣੀ ਕਹਾਵਤ ਹੁੰਦੀ, ਕਹਿੰਦੇ ਵੀ ਰੋਟੀ ਖਾਂਦੇ ਦਾੜੀ ਹਿਲਦੀ ਹੈ, ਕਿਉਂ ਹਿਲਦੀ ਹੈ ਬਈ? ਇਹ ਉਹੋ ਜਿਹੀ ਗੱਲ ਹੋ ਗਈ। ਦੇਖੋ, ਸਾਡੀਆਂ ਯੂਨੀਵਰਸਿਟੀਆਂ ਨੇ ਪੰਜਾਬੀ ਦੀਆਂ, ਯੂਨੀਵਰਸਿਟੀਆਂ ਦੇ ਵਿੱਚ ਸਰਚਾਂ ਹੋਈਆਂ, ਰਿਸਰਚਾਂ ਕੀਤੀਆਂ ਸਾਡੇ ਬੰਦਿਆਂ ਨੇ, ਬਹੁਤ ਸਾਰਿਆਂ ਨੇ, ਸਾਡੀਆਂ ਭੈਣਾਂ ਨੇ ਬਹੁਤ ਸਾਰੀਆਂ ਰਿਸਰਚਾਂ ਕੀਤੀਆਂ। ਗਿੱਧਿਆਂ ਦੀਆਂ ਬੋਲੀਆਂ 'ਤੇ ਕਿਤਾਬਾਂ ਲਿਖੀਆਂ ਗਈਆਂ। ਕਿਤਾਬਾਂ ਹਟਾ ਦਿਓ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਲਾਈਨਾਂ ਗਲਤ ਨੇ, ਸ਼ਬਦ ਗਲਤ ਨੇ, ਉਹਨਾਂ ਕਿਤਾਬਾਂ ਦੇ ਵਿੱਚ ਲਾਈਨਾਂ ਲਿਖੀਆਂ ਗਈਆਂ ਨੇ, ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਹੈ। ਸਾਡੇ ਵਿਦਵਾਨ ਲੋਕ ਨੇ ਜਿਨ੍ਹਾਂ ਨੇ ਲਿਖੀਆਂ ਨੇ, ਉਹਨਾਂ ਨੇ ਉਹਦੇ ਮੁੱਖਬੰਦ ਵੀ ਲਿਖੇ, ਕਿਸੇ ਨੇ ਰਿਲੀਜ਼ ਵੀ ਕੀਤੀਆਂ। ਉਹ ਫਿਰ ਤੁਸੀਂ ਇਹ ਕਹੋ ਕਿ ਇਹ ਕਿਤਾਬਾਂ ਨੂੰ ਹਟਾ ਦਿਓ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਇਹ ਕਿਤਾਬਾਂ ਪੜ੍ਹ ਨਾ ਸਕੇ। ਹੁਣ ਫੰਡਾ ਕੀ ਹੈ? ਮੈਨੂੰ ਜਿਹੜਾ ਲੱਗਦਾ, ਜਿੰਨੀ ਕਿ ਮੈਨੂੰ ਅਕਲ ਹੈ, ਜਿੰਨਾ ਮੈਨੂੰ ਇਸ ਸਮੇਂ ਦੇ ਵਿੱਚ ਹੋਇਆ, ਮੈਂ ਥੀਏਟਰ ਵੀ ਕੀਤਾ, ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਸਾਡੀ ਜਿਹੜੀ ਵਿਰਾਸਤ ਹੈ, ਸਾਡਾ ਜਿਹੜਾ ਕਲਚਰ ਹੈ, ਸਾਡੀ ਜਿਹੜੀ ਬੋਲੀ ਹੈ, ਸਾਡਾ ਸੱਭਿਆਚਾਰ ਹੈ, ਉਹਨੂੰ ਸਿਰਫ ਇਸ ਮੌਕੇ 'ਚ ਦੋ ਚੀਜ਼ਾਂ ਕੋਈ ਸਾਂਭ ਰਹੀਆਂ ਨੇ, ਉਹ ਟੈਲੀਵਿਜ਼ਨ ਤੇ ਸਿਨੇਮਾ। ਕਿਉਂਕਿ ਜਿਹੜੇ ਸਾਡੇ ਬੱਚੇ ਅੱਜ ਪੈਦਾ ਹੋ ਰਹੇ ਨੇ ਜਾਂ ਆਉਣ ਵਾਲੇ ਸਾਲਾਂ ਵਿੱਚ ਪੈਦਾ ਹੋਣਗੇ, ਸਾਡੀਆਂ ਫਿਲਮਾਂ ਉਹ ਬੱਚਿਆਂ ਨੂੰ ਦੱਸ ਰਹੀਆਂ ਕਿ ਸਾਡੇ ਬਜ਼ੁਰਗਾਂ ਦਾ ਰਹਿਣ ਸਹਿਣ ਕਿਹੋ ਜਿਹਾ ਸੀ, ਸਾਡੇ ਬਜ਼ੁਰਗਾਂ ਦਾ ਕਲਚਰ ਕੀ ਸੀ, ਸਾਡੀ ਬੋਲੀ ਕੀ ਸੀ, ਸਾਡੇ ਪਹਿਰਾਵੇ ਕੀ ਸੀ, ਸਾਡੇ ਗਿੱਧਿਆਂ ਦੀਆਂ ਬੋਲੀਆਂ ਕੀ ਸੀ, ਸਾਡੀਆਂ ਅਖਾਣਾਂ, ਸਿੱਠਣੀਆਂ, ਮੁਹਾਵਰੇ ਕੀ ਸੀ। ਅੱਜ ਸਾਡੀਆਂ ਫਿਲਮਾਂ ਸਾਡੀਆਂ ਅਖਾਣਾਂ, ਮੁਹਾਵਰਿਆਂ ਨੂੰ ਸਾਂਭ ਕੇ ਰੱਖ ਰਹੀਆਂ ਨੇ, ਤੇ ਆ ਸਾਡੇ ਤੇ ਆ ਨਵਾਂ ਬਾਰ ਹੋ ਗਿਆ। ਅੱਛਾ, ਇਹ ਵੀ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਇਹ ਸਵਾਲ ਚੁੱਕਦੇ ਨੇ। ਨਾਲ ਹੀ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਮੀਡੀਆ ਨੇ ਕੋਈ ਸਵਾਲ ਨਹੀਂ ਚੁੱਕਿਆ, ਮੀਡੀਆ ਦੇ ਉੱਤੇ ਵੀ ਕੁਐਸਚਨ ਕਰਦੇ ਨੇ। ਔਰ ਇਹ ਗੱਲ ਕਲੀਅਰ ਹੈ ਕਿ ਇਹ ਤੇ ਹਰ ਬੱਚੇ ਨੂੰ ਪਤਾ ਹੈ, ਜਿਹਨੇ ਵੀ ਵਿਆਹ ਅਟੈਂਡ ਕੀਤਾ ਉੱਥੇ ਬੋਲੀ ਸੁਣੀ ਹੈ। ਸੋ ਉਸ ਦੇ ਬਾਵਜੂਦ ਮਨੀਸ਼ਾ ਗੁਲਾਟੀ ਇਸ ਤੋਂ ਅਵੇਅਰ ਨਹੀਂ ਸੀਗੇ ਕਿ ਇਹ ਤੇ ਕਲਚਰ ਦਾ ਪਾਰਟ ਹੈ। ਦੇਖੋ, ਅਵੇਅਰ ਤਾਂ ਨਹੀਂ ਮੈਨੂੰ ਪਤਾ ਵੀ ਉਹ ਇਹਨਾਂ ਨੂੰ ਇਹ ਬੋਲੀ ਸੁਣੀ ਜ਼ਿੰਦਗੀ ਜਾਂ ਨਹੀਂ ਸੁਣੀ, ਪਰ ਜਿਹੜੀ ਗੱਲ ਉਹਨਾਂ ਨੇ ਆਪਣੇ ਲਾਈਵ ਹੋ ਕੇ ਕਹੀ, ਉਹਦੇ ਵਿੱਚੋਂ ਮੈਨੂੰ ਇੱਕ ਗੱਲ ਚੰਗੀ ਲੱਗੀ। ਉਹ ਕਹਿੰਦੇ ਵੀ ਮੇਰੇ ਕੋਲ ਕੋਈ ਸ਼ਿਕਾਇਤ ਲੈ ਕੇ ਆਇਆ ਕਿ
ਫਿਲਮ ਗਲਤ ਹੈ, ਵਾਇਲੈਂਸ ਹੋ ਸਕਦਾ ਹੈ। ਸੋ ਉਹਨਾਂ ਨੇ ਉਸ ਤਰੀਕੇ ਨਾਲ ਆਵਾਜ਼ ਉਠਾਈ। ਪਹਿਲਾਂ ਉਹਨਾਂ ਨੂੰ ਪੈਰਵਾਈ ਕਰਨੀ ਚਾਹੀਦੀ, ਦੇਖਣਾ ਚਾਹੀਦਾ ਸੀ ਕਿ ਵਾਕਈ ਫਿਲਮ 'ਚ ਗਲਤ ਹੈ। ਤੁਸੀਂ ਕੋਈ ਵੀ ਥਰਡ ਪਰਸਨ ਫਿਲਮ ਬਣਾਉਂਦਾ, ਮੈਂ ਉਹਦੀ ਫਿਲਮ ਦੇਖੇ ਤੋਂ ਬਿਨਾਂ ਕਿਵੇਂ ਕਸੂਰ ਕੱਢਦਾ ਫਿਲਮ। ਮੈਂ ਬਾਹੂਬਲੀ ਦੇਖੀ, ਮੈਂ ਤਾਂ ਉਹਦੇ ਬਾਰੇ ਬੋਲੇ, ਮੈਂ ਇੰਨੇ ਬੰਦੇ ਮਰ ਗਏ ਉਹ 'ਚ। ਮਤਲਬ ਇੱਕਦਮ ਸਟਰੋਂਗ ਐਕਸ਼ਨ ਲੈਣ ਦੀ ਬਜਾਏ ਪਹਿਲਾਂ ਥੋੜਾ ਜਿਹਾ ਮੈਂ ਕਹਿੰਦਾ ਵੀ ਕੰਟੈਕਟ ਹੋਰ ਸਾਡੇ, ਕਿਉਂਕਿ ਸਾਡੇ ਇਹ ਕੋਈ ਵੱਡਾ ਮਸਲਾ ਨਹੀਂ ਨਾ ਹੈਗਾ, ਇਹ ਤਾਂ ਕੋਈ ਬਹੁਤ ਵੱਡਾ ਮਸਲਾ ਵੀ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਇਹਦੇ ਨਾਲ ਸਾਡੀ ਜਨਰੇਸ਼ਨ ਹੀ ਖਤਮ ਹੋ ਜਾਊਗੀ, ਇਹਦੇ ਨਾਲ ਸਾਡਾ ਪੋਲਿਊਸ਼ਨ ਫੈਲ ਜਾਊਗਾ। ਇੱਥੇ ਗੈਂਗਸਟਰਾਂ ਤੇ ਫਿਲਮ ਬਣ ਸਕਦੀ ਹੈ, ਕਮਾਲ ਹੈ ਗੱਲ ਯਾਰ। ਅਸੀਂ ਫਿਲਮਾਂ ਵਾਲੇ ਕੀ ਕਰਦੇ ਹਾਂ, ਅਸੀਂ ਦੇਖੋ ਅਸੀਂ ਹਰਜੀਤਾ ਵਰਗੀ ਫਿਲਮ ਬਣਾਈ, ਇੱਕ ਗਰੀਬ ਬੱਚਾ ਕਿਵੇਂ ਉੱਠ ਕੇ ਵਰਲਡ ਚੈਂਪੀਅਨ ਬਣਦਾ ਹੈ, ਜੀ ਲੋਕਾਂ ਨੂੰ ਨਹੀਂ ਪਸੰਦ ਆਈ। ਅਸੀਂ ਉਹ ਫਿਲਮ ਬਣਾਈ ਸੂਬੇਦਾਰ ਜੋਗਿੰਦਰ ਸਿੰਘ, ਸਾਡੀ ਇੰਡਸਟਰੀ ਨੇ, ਜਿਹਨੇ ਦੱਸਿਆ ਕਿ ਸੂਬੇਦਾਰ ਜੋਗਿੰਦਰ ਸਿੰਘ ਉਹ ਬੰਦਾ ਸੀ ਜਿਹਨੂੰ ਪਹਿਲਾ ਪਰਮਵੀਰ ਚੱਕਰ ਮਿਲਿਆ, ਨਹੀਂ ਲੋਕਾਂ ਨੇ ਦੇਖੀ। ਅਸੀਂ ਇਸੇ ਤਰ੍ਹਾਂ ਇੱਕ ਫਿਲਮ ਬਣਾਈ ਸਨ ਆਫ ਮਨਜੀਤ ਸਿੰਘ, ਬੱਚਿਆਂ ਦੀ ਫਿਲਮ ਸੀ। ਸਾਡਾ ਕੰਮ ਹੈ, ਸਾਡਾ ਧਰਮ ਹੈ ਆਪਣੇ ਕੰਮ ਨਾਲ ਇਨਸਾਫ ਕਰਨਾ। ਇਸ ਫਿਲਮ ਨਾਲ ਜਿਹੜੇ ਜੁੜੇ ਚਿਹਰੇ ਨੇ, ਜ਼ਿੰਮੇਵਾਰ ਲੋਕ ਹਾਂ ਅਸੀਂ ਸਾਰੇ। ਤੁਸੀਂ ਸਾਨੂੰ ਪ੍ਰੈਸ ਵਾਲੇ ਕਦੇ ਵੀ ਕੋਈ ਮਹਾਮਾਰੀ ਫੈਲਦੀ ਹੈ, ਕਰੋਨਾ ਫੈਲਦਾ, ਕਿਸਾਨੀ ਅੰਦੋਲਨ ਚੱਲ, ਤੁਸੀਂ ਸਵਾਲ ਕਰਦੇ ਹੋ ਵੀ ਤੁਹਾਡਾ ਕੀ ਪੋਜੀਸ਼ਨ ਹੈ, ਤੁਸੀਂ ਕੀ ਸੋਚਦੇ ਹੋ ਉਹਦੇ ਬਾਰੇ। ਇਸ ਕਰਕੇ ਤੁਸੀਂ ਤਾਂ ਪੁੱਛਦੇ ਹੋ ਕਿਉਂਕਿ ਅਸੀਂ ਜ਼ਿੰਮੇਵਾਰ ਨਾਗਰਿਕ ਹਾਂ। ਅਸੀਂ ਜ਼ਿੰਮੇਵਾਰ ਨਾਗਰਿਕ ਹਾਂ, ਤੁਸੀਂ ਸਾਨੂੰ ਐਂ ਕਿਉਂ ਫੀਲ ਕਰਾ ਰਹੇ ਹੋ ਵੀ ਤੁਹਾਨੂੰ ਕੁਝ ਨਹੀਂ ਪਤਾ। ਅਸੀਂ ਬਚਪਨ ਤੋਂ ਲੈ ਕੇ ਇਸੇ ਕੰਮ ਰਾਹੀਂ ਚੱਲਦੇ ਹੋਨੇ, ਇਸੇ ਕੰਮ ਦੀਆਂ ਕਿਤਾਬਾਂ ਪੜ੍ਹਦੇ ਹਾਂ, ਸਾਡੇ ਤੇ ਭਰੋਸਾ ਕਰੋ ਜੀ। ਸਾਨੂੰ ਤੁਸੀਂ ਮਾਨ ਸਨਮਾਨ ਦਿੰਦੇ ਹੋ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਬੁਲਾ ਕੇ, ਇਟ ਮੀਨਸ ਤੁਸੀਂ ਕੁਝ ਨਹੀਂ ਦੇਖਦੇ। ਜੇ ਤੁਸੀਂ ਕਲਾਕਾਰ ਨੂੰ, ਕਿਸੇ ਮੇਕਰ ਨੂੰ ਮਾਨ ਸਨਮਾਨ ਦਿੰਦੇ ਹੋ, ਬੁਲਾਉਂਦੇ ਹੋ, ਆਪਣੇ ਪ੍ਰੋਗਰਾਮਾਂ ਦੇ ਵਿੱਚ ਬੁਲਾਉਂਦੇ ਹੋ, ਤਾਂ ਇਹਦਾ ਮਤਲਬ ਤੁਸੀਂ ਐਵੇਂ ਗਲਤ ਬੰਦੇ ਨੂੰ ਬੁਲਾਈ ਗਏ। ਹੁਣ ਤੱਕ ਸਟੈਂਡ ਇੱਕ ਹੋਣਾ ਚਾਹੀਦਾ ਹੈ, ਜਾਂ ਤਾਂ ਤੁਸੀਂ ਕਿਸੇ ਨੂੰ ਇਸ ਲਾਇਕ ਸਮਝ ਸਕਦੇ ਹੋ ਕਿ ਸਮਝਦਾਰ ਨੇ, ਜਾਂ ਫਿਰ ਤੁਸੀਂ ਇਹ ਸਮਝ ਸਕਦੇ ਹੋ ਕਿ ਇਹਨਾਂ ਨੂੰ ਕੁਝ ਨਹੀਂ ਪਤਾ। ਸੋ ਇੱਕ ਪਾਸੇ ਰਹਿੰਦੇ ਆ, ਅਸੀਂ ਇੱਥੇ ਹੀ ਰਹਿੰਦੇ ਆ, ਅਸੀਂ ਇਸੇ ਕਲਚਰ ਜੰਮੇ ਪਲੇ ਆ, ਇੱਥੇ ਹੀ ਰਹਿੰਦੇ ਆ, ਸਾਡੇ ਧੀਆਂ ਪੁੱਤ ਵੀ ਇੱਥੇ ਰਹਿੰਦੇ ਨੇ। ਫਿਰ ਤੁਸੀਂ ਸਾਡੇ ਤੇ ਭਰੋਸਾ ਕਰੋ ਨਾ, ਵੀ ਕੋਈ ਚਾਹੀਦੀ ਚੀਜ਼ ਬਣਾਵਾਂਗੇ। ਜਿਵੇਂ ਤੁਸੀਂ ਗੱਲ ਕੀਤੀ ਸੀ, ਹੁਣੇ ਵਿੱਚ ਜ਼ਿਕਰ ਕੀਤਾ ਤੁਸੀਂ ਕਿ ਗੈਂਗਸਟਰਾਂ ਦੇ ਉੱਤੇ ਵੀ ਫਿਲਮਾਂ ਬਣਦੀਆਂ। ਸ਼ੂਟਰ ਇੱਕ ਐਸੀ ਫਿਲਮ ਸੀਗੀ ਜਿਹੜੀ ਕਾਫੀ ਦੇਰ ਵਿਵਾਦ ਦੇ ਵਿੱਚ ਵੀ ਰਹੀ। ਫਾਈਨਲੀ ਜਦੋਂ ਰਿਲੀਜ਼ ਹੋਈ ਤਾਂ ਅਫਸੋਸ ਦੀ ਗੱਲ ਇਹ ਰਹੀ ਕਿ ਉਸੇ ਸਮੇਂ ਦੇ ਵਿੱਚ ਸ਼ਾਇਦ ਲੋਕਡਾਊਨ ਵਗੈਰਾ ਸੀਗੇ ਤੇ ਰਿਸਪੌਂਸ ਜਿਹੜਾ ਥੀਏਟਰ ਦੇ ਵਿੱਚ ਵੀ ਨਹੀਂ ਮਿਲਿਆ। ਇਸ ਤੋਂ ਇਲਾਵਾ ਵੀ ਅਸੀਂ ਬਹੁਤ ਸਾਰੀਆਂ ਇਦਾਂ ਦੀਆਂ, ਹੁਣ ਜਿਵੇਂ ਡਾਕੂਆਂ ਦਾ ਮੁੰਡਾ 2 ਜਿਹੜਾ ਹੈਗਾ, ਜਾਂ ਫਿਰ ਹੋਰ ਇਦਾਂ ਦੀਆਂ ਫਿਲਮਾਂ ਜਿਹੜੀਆਂ ਆ ਰਹੀਆਂ ਨੇ। ਪਰ ਡਾਕੂਆਂ ਦਾ ਮੁੰਡਾ ਇੱਕ ਐਸੀ ਫਿਲਮ ਸੀ, ਪਤਾ ਕੀ ਤੁਸੀਂ, ਮੈਂ ਕਹਿੰਦਾ ਕਿ ਫਿਲਮ ਵਿੱਚ ਦਿਖਾਉਣਾ ਕੀ ਚਾਹੁੰਦੇ ਹੋ। ਡਾਕੂਆਂ ਦਾ ਮੁੰਡਾ ਇੱਕ ਐਸੀ ਫਿਲਮ ਹੈ ਜਿਹਨੇ ਦਿਖਾਇਆ ਕਿ ਇੱਕ ਨੌਜਵਾਨ ਜਿਹੜਾ ਨਸ਼ਿਆਂ ਦੇ ਵਿੱਚ ਗਲਤਾਨ ਹੁੰਦਾ, ਉਹ ਕਿਵੇਂ ਆਪਣੀ ਜ਼ਿੰਦਗੀ ਨੂੰ ਚੇਂਜ ਕਰਦਾ ਹੈ, ਕਿਵੇਂ ਬਦਲਦਾ ਹੈ। ਉਹ ਦੂਜਿਆਂ ਦੇ ਬਦਲਣ ਲਈ ਕਿਤਾਬ ਬਹੁਤ ਮਸ਼ਹੂਰ ਹੋਈ ਹੈ, ਸਾਡੇ ਵੀਰ ਨੇ ਲਿਖੀ ਹੈ, ਸਾਡਾ ਭਰਾ ਹੈ ਉਹ ਡਾਕੂਆਂ ਦਾ ਮੁੰਡਾ, ਉਹਨੇ ਲਿਖੀ ਹੈ ਕਿਤਾਬ, ਤਾਂ ਕਿ ਮੈਨੂੰ ਦੇਖ ਕੇ ਹੋਰ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਨਸ਼ਿਆਂ ਦੇ ਵਿੱਚੋਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਉਹਨਾਂ ਮੁੰਡਿਆਂ ਨੇ ਜਿਹੜੇ ਵਿੱਚੋਂ ਨਿਕਲੇ ਨੇ। ਇੱਕ ਮੰਗਾ ਹੁੰਦਾ ਸੀ, ਮੰਗਾ ਅੰਟਾਲ ਦੀ ਕਿਤਾਬ ਹੈ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਕਿਤਾਬਾਂ ਆਈਆਂ ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਉਸ ਗਲਤਾਨ ਚੋਂ ਕੱਢ ਕੇ ਸੁਧਾਰੀ ਤੇ ਲੋਕਾਂ ਨੂੰ ਸੁਧਾਰਨ ਦੀ ਪ੍ਰੇਰਨਾ ਕਰਦੀ ਹੈ। ਤੁਸੀਂ ਫਿਲਮ ਦੇ ਵਿੱਚ ਕਹਿਣਾ ਕੀ ਚਾਹੁੰਦੇ? ਗੱਲ ਮਸਲਾ ਇਹ ਹੈ, ਇਹੀ ਮਸਲਾ ਇੱਥੇ ਵੀ ਇਸ ਫਿਲਮ ਦੇ ਵਿੱਚ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਇਹ ਸੱਸ ਨੂੰਹ ਦਾ ਰਿਸ਼ਤਾ ਹੈ, ਬੜਾ ਹੀ ਪਿਆਰ ਮੁਹੱਬਤ ਵਾਲਾ ਰਿਸ਼ਤਾ ਹੈ। ਸੋ ਇਹ ਰਿਸ਼ਤਾ ਜਦੋਂ ਅਸੀਂ ਫਿਲਮ ਖਤਮ ਹੁੰਦੀ ਆ, ਅਸੀਂ ਇਸੇ ਕਰਕੇ ਇੱਕੋ ਵਰਡ ਵਰਤਦੇ ਹਾਂ ਕਿ ਫਿਲਮ ਖਤਮ ਹੋਣ ਤੋਂ ਬਾਅਦ ਸੱਸਾਂ ਤੇ ਨੂੰਹਾਂ ਆਪਸ ਵਿੱਚ ਜੇ ਜੋਟੀ ਪਾ ਕੇ ਇੱਕ ਦੂਜੇ ਗੱਲ ਲੱਗ ਕੇ ਬਾਹਰ ਨਾ ਨਿਕਲ ਗਈਆਂ ਤਾਂ ਸਾਨੂੰ ਤੁਸੀਂ ਫੜ ਲਿਓ ਆ ਕੇ, ਅਸੀਂ ਫੇਲ ਹੋਵਾਂਗੇ ਇਸ ਕੰਮ 'ਚ। ਅਸੀਂ ਇਸ ਮਨਸ਼ਾ ਨੂੰ ਲੈ ਕੇ ਫਿਲਮ ਬਣਾਈ ਹੈ। ਹੁਣ ਜੇ ਤੁਹਾਨੂੰ ਲੱਗਦਾ ਇਹ ਮਨਸ਼ਾ ਗਲਤ ਹੈ, ਫਿਰ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਹੁਣ ਕੀ ਸਥਿਤੀ ਹੈ? ਜਦੋਂ ਤੁਸੀਂ ਗੱਲਬਾਤ ਕੀਤੀ ਹੋਣੀ ਮਨੀਸ਼ਾ ਗੁਲਾਟੀ ਜੀ ਦੇ ਨਾਲ, ਹਾਲਾਂਕਿ 22 ਤਰੀਕ ਉਹਨਾਂ ਵੱਲੋਂ ਦਿੱਤੀ ਗਈ ਸੀਗੀ, ਪਰ ਬਹੁਤ ਬੜੀ ਲੇਟ ਹੋ ਜਾਂਦੀ ਕਿਉਂਕਿ 29 ਤਰੀਕ ਨੂੰ ਤਾਂ ਫਿਲਮ ਆਣੀ ਸੀ। ਸੋ ਹੁਣ ਕੀ ਸਥਿਤੀ ਹੈਗੀ ਹੈ, ਕੀ ਗੱਲਬਾਤ ਹੋਈ ਹੈ? ਨਹੀਂ, ਸਥਿਤੀ ਹੈ ਜਿਵੇਂ ਉਹਨਾਂ ਨੇ ਸਾਨੂੰ ਸਵਾਲ ਪੁੱਛਿਆ ਉਹਦਾ ਜਵਾਬ ਅਸੀਂ ਦੇਵਾਂਗੇ, ਉਹ ਅਸੀਂ ਲਿਖਤੀ ਜਵਾਬ ਵੀ ਦੇਵਾਂਗੇ, ਉਹਨਾਂ ਨੂੰ ਭੇਜਾਂਗੇ। ਉਹਨਾਂ ਦਾ ਹੱਕ ਹੈ, ਕਿਸੇ ਬੰਦੇ ਦਾ ਵੀ ਹੱਕ ਹੈ, ਕਿਉਂਕਿ ਅਸੀਂ ਇੱਕ ਐਸੇ ਬੰਦੇ ਹਾਂ, ਕਲਾਕਾਰ ਪਬਲਿਕ ਪ੍ਰਾਪਰਟੀ ਹੁੰਦਾ ਹੈ। ਸਾਨੂੰ ਕੋਈ ਵੀ ਸਵਾਲ ਪੁੱਛ ਸਕਦਾ, ਤੁਸੀਂ ਵੀ ਕੋਈ ਰਾਹ ਗਲੀ ਵਿੱਚ ਚੱਲ ਕੇ ਸਵਾਲ ਪੁੱਛ ਸਕਦਾ ਕਿ ਤੁਸੀਂ ਫਿਲਮ 'ਚ ਆਹ ਕਿਉਂ ਦਿਖਾਇਆ, ਅਸੀਂ ਜਵਾਬ ਦੇਵਾਂਗੇ, ਅਸੀਂ ਉਹਦੇ ਲਈ ਤਿਆਰ ਹਾਂ ਜੀ। ਤੇ ਹੁਣ ਇਹਦਾ ਟ੍ਰੇਲਰ ਵੀ ਜਿਹੜਾ ਹੈਗਾ ਉਹ ਰੋਕ ਦਿੱਤਾ ਗਿਆ, ਸੋ ਕਦੋਂ ਤੱਕ ਦੁਬਾਰਾ ਦਰਸ਼ਕਾਂ ਦੇ ਲਈ? ਅਸੀਂ ਉਮੀਦ ਕਰਦੇ ਹਾਂ ਕਿ 24 ਤੋਂ 30 ਘੰਟਿਆਂ ਦੇ ਵਿੱਚ ਉਹ ਟ੍ਰੇਲਰ ਦੁਬਾਰੇ ਆ ਜਾਊਗਾ, ਕਿਉਂਕਿ ਇਹ ਨਾ ਬਹੁਤ ਸ਼ਸ਼ੋਰੀਆਂ ਹਰਕਤਾਂ ਇਹਨੂੰ ਸਮਝਦੇ ਆਪਾਂ। ਐਦਾਂ ਨਹੀਂ, ਜਿਹਨੇ ਵੀ ਕੀਤਾ ਇਹ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਗੱਲ ਇਹ ਹੈ ਤੁਸੀਂ ਆਪਣੀ ਕੈਪੇਬਿਲਿਟੀ ਦੇ ਨਾਲ ਅੱਗੇ ਆਉਣਾ ਹੁੰਦਾ ਹੈ। ਮੈਂ ਤੁਹਾਨੂੰ ਧੱਕੇ ਨਾਲ ਧੱਕ ਕੇ ਅੱਗੇ ਨਹੀਂ ਵਧਣਾ ਹੁੰਦਾ, ਇਹ ਕੋਈ ਇਨਸਾਨਾਂ ਵਾਲੀ ਗੱਲ ਨਹੀਂ ਹੈਗੀ। ਅਸੀਂ ਕਿਉਂਕਿ ਜਿਹੜੇ ਬੰਦੇ ਸਿਨੇਮੇ ਨਾਲ ਜੁੜੇ ਨੇ, ਕਿਸੇ ਚਾਹੇ ਸਾਹਿਤ ਨਾਲ ਜੁੜੇ ਲੋਕ ਨੇ, ਉਹ ਬੜੇ ਕ੍ਰੀਏਟਿਵ ਲੋਕ ਹੁੰਦੇ ਨੇ, ਬੜੇ ਕੋਮਲ ਦਿਲ ਲੋਕ ਹੁੰਦੇ ਨੇ। ਸੋ ਉਹਨਾਂ ਨੂੰ ਇਹੋ ਜਿਹੀਆਂ ਹਰਕਤਾਂ ਨਹੀਂ ਸ਼ੋਭਦੀਆਂ ਕਿ ਆਪਾਂ ਦੁਸ਼ਮਣੀਆਂ ਕੱਢਣ ਲਈ ਇਹਨੇ ਛੋਟੀਆਂ ਗੱਲਾਂ ਤੇ ਆ ਜਾਈਏ। ਰੋਣੀ ਸਾਹਿਬ, ਕੀ ਲੱਗਦਾ ਹੈ ਮੁਕਾਬਲੇ ਦੇ ਵਿੱਚ ਅਗਰ ਗੱਲ ਕਰੀਏ 29 ਤਰੀਕ ਨੂੰ ਸਾਡੇ ਵਾਲੇ ਆ ਰਹੀ ਹੈ, ਦੀਪ ਸਿੱਧੂ ਦੀ ਫਿਲਮ ਹੈਗੀ ਹੈ ਔਰ ਆਖਰੀ ਫਿਲਮ ਕਹੀ ਜਾ ਰਹੀ ਹੈ। ਸੋ ਹੋ ਸਕਦਾ ਹੈ ਕਿ ਜਿਹੜੇ ਆਮ ਲੋਕ ਨੇ, ਦਰਸ਼ਕ ਨੇ, ਉਹ ਸੋਚਦੇ ਹੋਣ ਕਿ ਦੋਵੇਂ ਫਿਲਮਾਂ ਆ ਰਹੀਆਂ ਸੀ, ਸ਼ਾਇਦ ਉਹਨਾਂ ਵੱਲੋਂ ਕੋਈ ਐਕਟੀਵਿਟੀ ਹੋ ਗਈ, ਜਾਂ ਫਿਰ ਫਿਲਮ ਇੰਡਸਟਰੀ ਦਾ ਕੋਈ ਹੋਰ ਤੁਹਾਨੂੰ ਲੱਗਦਾ ਵੀ ਇਦਾਂ ਕਿਉਂ? ਬੜਾ ਪਿਆਰ ਸੀ ਸਾਡੀ। ਤੁਸੀਂ ਜਿਹੜਾ ਦੋਨਾਂ ਗੱਲ ਕੀਤੀ ਨਾ, ਦੋਨਾਂ ਫਿਲਮਾਂ ਦਾ ਜੋਨਰ ਲੱਗ ਹੈ।
ਜੀ ਉਹ ਹੋਰ ਜੋਨਰ ਦੀ ਫਿਲਮ ਹੈ, ਇਹ ਕਾਮੇਡੀ ਫਿਲਮ ਹੈ, ਹੋਰ ਜੋਨਰ ਦੀ ਫਿਲਮ ਹੈ। ਇਸ ਕਰਕੇ ਮੈਂ ਕਹਿੰਦਾ ਸਗੋਂ ਚੰਗੀ ਗੱਲ ਹੈ ਸਾਡੇ ਕੋਲ ਅੱਜ ਸਿਨੇਮਾ ਵੇਰੀਏਸ਼ਨ ਦਾ ਸਿਨੇਮਾ ਹੋਣਾ ਚਾਹੀਦਾ। ਸਾਡੇ ਕੋਲ ਰੋਮਾਂਟਿਕ ਫਿਲਮਾਂ ਵੀ ਬਣਨੀਆਂ ਚਾਹੀਦੀਆਂ, ਸਾਡੇ ਕੋਲ ਕਾਮੇਡੀ ਫਿਲਮਾਂ ਵੀ ਬਣਨੀਆਂ ਚਾਹੀਦੀਆਂ, ਸਾਡੇ ਕੋਲ ਐਕਸ਼ਨ ਫਿਲਮਾਂ ਵੀ ਚਾਹੀਦੀਆਂ, ਸਾਡੇ ਕੋਲ ਹਰ ਤਰ੍ਹਾਂ ਦੀ ਫਿਲਮ ਹੋਵੇ, ਕਿਉਂਕਿ ਹਰ ਤਰ੍ਹਾਂ ਦੀ ਆਡੀਅנס ਹੈ। ਕੋਈ ਬੰਦਾ ਕਿਸੇ ਸਿਨੇਮੇ ਨੂੰ ਲਾਈਕ ਕਰਦਾ, ਕੋਈ ਕਹਿੰਦਾ ਮੈਂ ਰੋਮਾਂਟਿਕ ਫਿਲਮ ਦੇਖਣ ਚੱਲਿਆ, ਕੋਈ ਕਹਿੰਦਾ ਮਿਊਜ਼ੀਕਲ ਫਿਲਮ ਦੇਖਣ ਚੱਲਿਆ, ਕੋਈ ਕਹਿੰਦਾ ਮੈਂ ਐਕਸ਼ਨ ਫਿਲਮ ਦੇਖਣ ਚੱਲਿਆ, ਕੋਈ ਕਹਿੰਦਾ ਨਹੀਂ ਯਾਰ ਮੈਂ ਬਹੁਤ ਸਟ੍ਰੈਸਡ ਹੈ, ਮੈਂ ਤਾਂ ਕਾਮੇਡੀ ਫਿਲਮ ਦੇਖਣੀ ਹੈ। ਸੋ ਸਾਡੇ ਕੋਲ ਆਪਣੀ ਆਪਣੀ ਆਡੀਅנס ਹੈ, ਇਹੋ ਜਿਹਾ ਕੋਈ ਫਰਕ ਨਹੀਂ। ਸਾਨੂੰ ਇਹ ਗੱਲਾਂ ਕਿਹਦੀ ਸ਼ਰਾਰਤ ਲੱਗਦੀ ਹੈ, ਕਿਸ ਦਾ ਨਹੀਂ ਹੈ ਤਾਂ ਕੋਈ ਸ਼ਰਾਰਤ ਆਨਸਰ ਹੈ, ਸ਼ਰਾਰਤੀ ਆਨਸਰ ਹੀ ਹੈ, ਪਰ ਮੈਨੂੰ ਲੱਗਦਾ ਕੋਈ ਜਿਵੇਂ ਤੁਸੀਂ ਫਿਲਮ ਦੀ ਗੱਲ ਕੀਤੀ ਹੈ, ਫਿਲਮ 'ਚੋਂ ਨਹੀਂ ਕੋਈ ਹੋ ਸਕਦਾ ਜਿਹਦੀ ਫਿਲਮ ਬਰਾਬਰ ਲੱਗਣੀ ਹੋਵੇ, ਉਹ ਜਿਹਾ ਬੰਦਾ ਨਹੀਂ ਹੋ ਸਕਦਾ। ਜੀ ਕੋਈ ਹੋਰ ਹੋ ਸਕਦਾ ਹੈ, ਪਰ ਚਲੋ ਇਹ ਕੋਈ ਵੀ ਹੈ, ਪਰ ਇਸ ਚੀਜ਼ ਨੂੰ ਦੇਖਣਾ ਚਾਹੀਦਾ ਕਿ ਸਾਡਾ ਸਿਨੇਮਾ ਪਹਿਲੇ ਹੀ ਸਟਰਗਲ ਦੇ ਦੌਰ 'ਚੋਂ ਨਿਕਲ ਰਿਹਾ, ਸੋ ਬੜਾ ਉੱਭਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਹੁਣ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਏਗੀ, ਰਿਲੀਜ਼ਿੰਗ ਦੇ ਵਿੱਚ ਕੋਈ ਇਦਾਂ ਦੀ ਹੁਣ ਦਿੱਕਤ ਤੇ ਨਹੀਂ ਲੱਗ ਰਹੀ, ਗੱਲਬਾਤ ਹੋ ਗਈ ਹੈ? ਕੋਈ ਪ੍ਰੋਬਲਮ ਨਹੀਂ ਜੀ, ਫਿਲਮ ਰਿਲੀਜ਼ ਹੋਊਗੀ ਤੇ ਲੋਕ ਦੇਖਣਗੇ, ਇਹ ਲੋਕਾਂ ਦੀ ਕਚਹਿਰੀ ਦੱਸੂਗੀ ਕਿ ਫਿਲਮ ਵਿੱਚ ਕੀ ਗਲਤ ਸੀ, ਕੀ ਠੀਕ ਸੀ। ਜੀ ਮਿਹਰਬਾਨੀ ਸਾਡੇ ਨਾਲ ਗੱਲ ਕਰਨ ਲਈ। ਇਹ ਸੀਗੇ ਜੀ ਮਲਕੀਤ ਰੌਣੀ ਜੀ। ਸੋ ਫਿਲਮ ਆ ਰਹੀ ਹੈ ਨੀ ਮੈਂ ਸੱਸ ਕੁੱਟਣੀ, ਔਰ ਇਹ ਜਿਹੜਾ ਸ਼ਬਦ ਹੈਗਾ ਇਹ ਸਾਡੇ ਕਲਚਰ ਦੇ ਵਿੱਚੋਂ ਨਿਕਲ ਕੇ ਆਉਂਦਾ, ਸਾਡੀ ਬੋਲੀਆਂ ਸਾਡੀ ਸਿੱਠਣੀਆਂ ਦੇ ਵਿੱਚੋਂ ਨਿਕਲ ਕੇ ਆਉਂਦਾ। ਸੋ ਫਿਲਮ ਮੇਕਰਸ ਦਾ ਇਹ ਕਹਿਣਾ ਹੈਗਾ ਕਿ ਇਸ ਫਿਲਮ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜੋ ਕਿ ਇੱਕ ਗਲਤ ਸੁਨੇਹਾ ਦੇਵੇ ਜਾਂ ਫਿਰ ਵਾਇਲੈਂਸ ਕ੍ਰੀਏਟ ਕਰੇ। ਇਹ ਸਿਰਫ ਇੱਕ ਕਲਚਰ ਦਾ ਹਿੱਸਾ ਹੈ, ਉਸ ਦੇ ਨਾਲ ਹੀ ਨਾਲ ਇੱਕ ਭਾਵਨਾ ਹੈਗੀ ਹੈ ਜਿਹੜੀ ਕਿ ਹਰ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਔਰ ਇਸ ਭਾਵਨਾ ਦੇ ਜ਼ਰੀਏ ਲੋਕੀ ਜਿਹੜਾ ਸਹੀ ਸੁਨੇਹਾ ਲੈ ਕੇ ਨਿਕਲਣਗੇ। ਤੁਸੀਂ ਪੋਸਟਰ ਦੇਖ ਸਕਦੇ ਹੋ। ਸੋ ਇੱਕ ਪਰਿਵਾਰ ਜਿਹੜਾ ਹੱਸਦਾ ਖੇਡਦਾ ਦਿਖਾਈ ਦੇ ਰਿਹਾ, ਔਰ ਇਸੇ ਤਰੀਕੇ ਦੇ ਨਾਲ ਮੇਕਰਸ ਦਾ ਇਹ ਪ੍ਰੋਮਿਸ ਹੈ ਕਿ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਲੋਕੀ ਜਿਹੜੇ ਦਰਸ਼ਕ ਜਿਹੜੇ ਫਿਲਮ ਦੇਖ ਕੇ ਆਣਗੇ ਉਹ ਵੀ ਇਸੇ ਤਰੀਕੇ ਨਾਲ ਹੱਸਦੇ ਖੇਡਦੇ ਬਾਹਰ ਆਣਗੇ, ਔਰ ਜਿੱਥੇ ਰਹੀ ਗੱਲ ਸੱਸ ਨੂੰ ਦੀ ਤਾਂ ਉਹਨਾਂ ਦਾ ਰਿਸ਼ਤਾ ਹੋਰ ਵੀ ਜ਼ਿਆਦਾ ਮਜ਼ਬੂਤ ਦਿਖਾਈ ਦੇਗਾ। ਕੈਮਰਾਮੈਨ ਪ੍ਰਦੀਪ ਭਾਰਦਵਾਜ ਦੇ ਨਾਲ ਮੈਂ ਸ਼ੇਖਰ ਹੈ, ਹਮਦਰਦ ਟੀਵੀ, ਚੰਡੀਗੜ੍ਹ।